ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਾਵਰ ਤਖਤ ਛਤਰ ਦੇ ਮਾਲਕ, ਲੋਕ ਪਰਲੋਕ ਸਹਾਏ ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ ਦੋ ਜਹਾਂ ਮਾਲਕ। ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੋਦ ਦਾ ਨਿਗਮਾਨ ਰਹੀ। ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ, ਬਿਰਤੀਆਂ ਇਕਾਗਰ ਚਿੱਤ ਕਰੋ, ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਗਾਓ, ਹੱਥ ਜੋੜੋ, ਮਸਤਕ ਝੁਕਾਓ, ਗੱਜ ਕੇ ਫਤਿਹ ਬੁਲਾਓ ਜੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਕਿਰਪਾ ਕਰਨ, ਫਤਿਹ ਪ੍ਰਵਾਨ ਹੋਵੇ। ਆਪ ਵੱਡੇ ਭਾਗਾਂ ਵਾਲੇ ਹੋ, ਭਲੀ ਪਾਤ ਜਾਣੂ ਹੋ ਕਿ ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਾਹ ਦੀ ਬਾਣੀ ਦੇ ਵਿੱਚ ਬ੍ਰਹਮ ਉਪਦੇਸ਼ਕ ਕੱਤਕ ਦੇ ਮਹੀਨੇ ਦੁਆਰਾ ਬਖਸ਼ਿਸ਼ ਕਰਦੇ ਨੇ। ਅੱਜ ਕੱਤੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਆਪ ਸਮੂਹ ਸੰਗਤਾਂ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰ ਸ਼ਬਦ ਦੀ ਵਿਚਾਰ ਕੱਤਕ ਮਹੀਨੇ ਦੇ ਵਿੱਚ ਜੋ ਮੇਰੇ ਪਾਤਸ਼ਾਹ ਨੇ ਬ੍ਰਹਮ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ, ਉਸ ਦੇ ਅਖਰੀ ਅਰਥ ਸੁਣਨ ਦੇ ਵਾਸਤੇ ਆਪ ਜੀ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਨਮੁਖ ਬੈਠੇ ਹੋ। ਕੁਝ ਗੁਰਮੁਖ ਵੀਰ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਮੋਬਾਈਲ ਦੇ ਰਾਹੀਂ ਸਰਵਣ ਕਰ ਰਹੇ ਨੇ। ਆਪਾਂ ਬਿਰਤੀਆਂ ਇਕਾਗਰ ਚਿੱਤ ਕਰੀਏ, ਕੱਤਕ ਮਹੀਨੇ ਦੀ ਸੰਗਰਾਂਦ ਦੀ ਵਿਚਾਰ ਦੇ ਨਾਲ ਸਾਂਝ ਪਾਣ ਦਾ ਯਤਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਕੱਤਕ ਤੋਂ ਭਾਵ ਕੱਤੇ ਦੀ ਠੰਡੀ ਬਹਾਰ ਦੇ ਵਿੱਚ, ਕਾਹੂ ਜੋਗ ਕਿਸੇ ਦੇ ਜਿੰਮੇ ਕਿਸੇ ਦੇ ਮੱਥੇ। ਕੱਤਕ ਦੀ ਸੁਹਾਵਣੀ ਰੁੱਤ ਦੇ ਵਿੱਚ ਵੀ ਜੇ ਪ੍ਰਭੂ ਪਤੀ ਦੇ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ ਕੀਤੇ ਕਰਮਾਂ ਦਾ ਸਿੱਟਾ ਹੈ। ਕਿਸੇ ਹੋਰ ਦੇ ਮੱਥੇ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ। ਭਾਵ ਜੇ ਕੱਤਕ ਦੀ ਠੰਡੀ ਰੁੱਤ ਦੇ ਵਿੱਚ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲੋਂ ਵਿਛੋੜਾ ਰਿਹਾ, ਭਾਵ ਉਸ ਪਰਮਾਤਮਾ ਦਾ ਨਾਮ ਨਾ ਜਪਿਆ, ਸਿਮਰਨ ਭਜਨ ਬੰਦਗੀ ਸਿਫਤ ਸਲਾਹ ਨਾ ਕੀਤੀ, ਤਾਂ ਇਹ ਆਪਣੇ ਕੀਤੇ ਕਰਮਾਂ ਦਾ ਸਿੱਟਾ ਹੈ। ਇਹ ਬੰਦੇ, ਇਹ ਜੀਵ, ਇਹ ਮਨੁੱਖ, ਤੇਰੇ ਕੀਤੇ ਕਰਮਾਂ ਦਾ ਸਿੱਟਾ ਹੈ। ਕਿਸੇ ਹੋਰ ਦੇ ਮੱਥੇ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ। ਦੱਦੇ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਭਾਵ ਹੋਰ ਕਿਸੇ ਦੇ ਮੱਥੇ ਤੂੰ ਇਹ ਦੋਸ਼ ਨਹੀਂ ਲਾ ਸਕਦਾ, ਤੂੰ ਆਪਣੇ ਹੀ ਕੀਤੇ ਕਰਮਾਂ ਦਾ ਜਿਹੜਾ ਫਲ ਪਾਵੇਂਗਾ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੈ ਰੋਗ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੈ ਰੋਗ। ਵਿਆਪਣ ਤੋਂ ਭਾਵ ਜ਼ੋਰ ਪਾ ਲੈਂਦੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਤੋਂ ਖੁੰਝਿਆ, ਜੇ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਨਾ ਕਰਾਂਗੇ ਤਾਂ ਦੁਨੀਆ ਦੇ ਸਾਰੇ ਦੁੱਖ ਤੇ ਕਲੇਸ਼ ਜ਼ੋਰ ਪਾ ਲੈਂਦੇ ਨੇ। ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਹਉਮੈ ਦੀਰਘ ਰੋਗ ਹੈ। ਕਿਉਂਕਿ ਸਾਡੇ ਅੰਦਰ ਅਗਿਆਨਤਾ ਹੋਣ ਦੇ ਕਰਕੇ ਸਾਡੀ ਬੁੱਧੀ ਹੰਗਤਾ ਵਾਲੀ ਹੈ। ਅੰਤਰ ਅਗਿਆਨ ਹਉ ਬੁੱਧ ਹੈ। ਭਾਵ ਜਿਸ ਹੰਗਤਾ ਵਾਲੀ ਬੁੱਧੀ ਕਰਕੇ ਅਸੀਂ ਪਦਾਰਥਾਂ ਨੂੰ ਭੋਗਣ ਦੇ ਵਿੱਚ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਵਿਸ਼ਿਆਂ ਦੇ ਵਿੱਚ ਲੱਗੇ ਹਾਂ, ਜਿਸ ਕਰਕੇ ਪਰਮੇਸ਼ਰ ਨੇ ਸਾਨੂੰ ਸਾਰੀਆਂ ਦਾਤਾਂ ਦਿੱਤੀਆਂ ਹਨ, ਉਸ ਨੂੰ ਮਨ ਦੇ ਵਿੱਚੋਂ ਭੁਲਾ ਦਿੱਤਾ ਹੈ। ਦਾਤਾਂ ਦੇ ਨਾਲ ਸਾਡਾ ਪ੍ਰੇਮ ਲੱਗਾ ਹੋਇਆ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਪਰਮਾਤਮਾ ਨੇ ਸਾਰਾ ਕੁਝ ਦੇ ਦਿੱਤਾ,
ਜਦੋਂ ਪ੍ਰਮਾਤਮਾ ਨੇ ਕਿਰਪਾ ਰਹਿਮਤਾਂ ਬਖਸ਼ਿਸ਼ਾਂ ਕਰ ਦਿੱਤੀਆਂ, ਫਿਰ ਪ੍ਰਮਾਤਮਾ ਹੀ ਭੁੱਲ ਗਿਆ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਿਸ ਵਾਹਿਗੁਰੂ ਨੇ ਦਾਤਾਂ ਦਿੱਤੀਆਂ ਉਸ ਪਰਮੇਸ਼ਰ ਨੂੰ ਚੇਤੇ ਕਰੀਏ। ਜੇ ਨਾ ਕਰਾਂਗੇ ਵਿਆਪਣ ਸਭੇ ਰੋਗ, ਫਿਰ ਦੁਨੀਆ ਦੇ ਸਾਰੇ ਦੁੱਖ ਤੇ ਕਲੇਸ਼ ਜ਼ੋਰ ਪਾ ਲੈਂਦੇ ਨੇ। ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। RAM ਤੇ ਤੋਂ ਭਾਵ ਰੱਬ ਤੋਂ ਲੱਗਣ ਲੱਗ ਜਾਂਦੇ ਨੇ ਜਨਮ ਵਿਜੋਗ, ਜਨਮਾਂ ਦੇ ਵਿਛੋੜੇ, ਲੰਬੇ ਵਿਛੋੜੇ। ਜਿਨ੍ਹਾਂ ਨੇ ਇਸ ਜਨਮ ਦੇ ਵਿੱਚ ਪ੍ਰਮਾਤਮਾ ਦੀ ਯਾਦ ਵੱਲ ਮੂੰਹ ਮੋੜੀ ਰੱਖਿਆ, ਉਹਨਾਂ ਨੂੰ ਫਿਰ ਲੰਮੇ ਵਿਛੋੜੇ ਪੈ ਜਾਂਦੇ ਨੇ। ਭਾਵ 84 ਲੱਖ ਜੂਨਾ ਭੋਗ ਕੇ ਮਨੁੱਖਾ ਸਰੀਰ ਮਿਲਦਾ ਏ, ਤੇ ਇਸ ਮਨੁੱਖਾ ਜਾਮੇ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ, ਉਸ ਪਰਮਾਤਮਾ ਦੇ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ ਫਿਰ ਲੰਬੇ ਵਿਛੋੜੇ ਪੈ ਜਾਂਦੇ ਨੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਭਾਵ ਇਸ ਸਰੀਰ ਦੇ ਵਿੱਚ ਹੀ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ ਜਾ ਸਕਦਾ ਹੈ। ਉਸ ਦੇ ਨਾਮ ਤੋਂ ਬੇਮੁਖ ਹੋ ਕੇ ਤਾਂ 84 ਦੇ ਚੱਕਰ ਸ਼ੁਰੂ ਹੋ ਜਾਵੇਗਾ, ਫਿਰ ਜਨਮਾਂ ਜਮਾਂਤਰਾਂ ਦਾ ਵਿਛੋੜਾ ਪੈ ਜਾਵੇਗਾ। ਖਿੰਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਖਿੰਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਮਾਇਆ ਭੋਗ ਤੋਂ ਭਾਵ ਮਾਇਆ ਦੀਆਂ ਮੌਜਾਂ, ਦੁਨੀਆ ਦੀਆਂ ਐਸ਼ ਪ੍ਰਸਤੀਆਂ, ਜਿਹੜੀਆਂ ਮਾਇਆ ਦੀਆਂ ਮੌਜਾਂ ਦੀ ਖਾਤਰ ਪ੍ਰਭੂ ਨੂੰ ਭੁਲਾ ਦਿੱਤਾ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰ ਦਿੱਤਾ, ਉਸ ਪਰਮਾਤਮਾ ਨੂੰ ਯਾਦ ਕਰਨਾ ਛੱਡਤਾ, ਸੇਵਾ ਸਿਮਰਨ ਭਜਨ ਬੰਦਗੀ ਸਿਫਤ ਸਲਾਹ ਹੀ ਛੱਡਤੀ, ਉਹ ਵੀ ਇੱਕ ਪਲ ਦੇ ਵਿੱਚ ਦੁਖਦਾਈ ਹੋ ਜਾਂਦੀਆਂ ਨੇ। ਕੌਣ? ਮਾਇਆ ਦੀਆਂ ਮੌਜਾਂ, ਜਿਨ੍ਹਾਂ ਦੀ ਖਾਤਰ ਪ੍ਰਭੂ ਨੂੰ ਭੁਲਾ ਦਿੱਤਾ, ਇਹ ਇੱਕ ਪਲ ਦੇ ਵਿੱਚ ਦੁਖਦਾਈ ਹੋ ਜਾਂਦੀਆਂ ਨੇ। ਭਾਵ ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ, ਸਾਈਂ ਬਾਜੋ ਆਪਣੇ ਵੇਦਨ ਕਹੀਏ ਕਿਸ। ਭਾਵ ਇੱਕ ਪਲ ਦੇ ਵਿੱਚ ਦੁਖਦਾਈ। ਭਗਤ ਵਾਹਿਗੁਰੂ ਬਾਬਾ ਫਰੀਦ ਜੀ ਬਖਸ਼ਿਸ਼ ਕਰਦੇ ਨੇ, ਦੇਖ ਫਰੀਦਾ ਜੇ ਥੀਏ ਸ਼ੱਕਰ ਹੋਈ ਵਿਸ, ਸਾਈਂ ਬਾਜੋ ਆਪਣੇ ਵੇਦਨ ਕਹੀਏ ਕਿਸ। ਆਪਣੇ ਸਾਈਂ ਦੇ ਵਾਜੋਂ ਕਿਸ ਦੇ ਅੱਗੇ ਦੁੱਖੜੇ ਰੋਈਏ, ਜਿਸ ਮਾਇਆ ਦੀ ਖਾਤਰ ਤੂੰ ਉਸ ਸਾਈਂ ਨੂੰ ਭੁਲਾ ਦਿੱਤਾ ਸੀ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾ ਦਿੱਤਾ ਸੀ। ਉਹ ਸਾਰੀਆਂ ਮੌਜਾਂ, ਸਾਰੀਆਂ ਖੁਸ਼ੀਆਂ ਇੱਕ ਪਲ ਦੇ ਵਿੱਚ ਦੁਖਦਾਈ ਹੋ ਗਈਆਂ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ਼। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ਼। ਵਿੱਚ ਤੋਂ ਭਾਵ ਵਿਚੋਲਾਪਣ, ਕਿਸ ਤੈ ਹੋਰ ਕਿਸ ਕੋਲੇ, ਰੋਜ਼ ਹਰ ਰੋਜ਼। ਉਸ ਦੁਖੀ ਹਾਲਤ ਵਿੱਚ ਕਿਸੇ ਪਾਸ ਵੀ ਨਿਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਦੁੱਖ ਹੈ ਤਾਂ ਵਿਛੋੜੇ ਦਾ ਕਾਰਨ, ਤੇ ਵਿਛੋੜੇ ਨੂੰ ਦੂਰ ਕਰਨ ਦੇ ਲਈ ਕੋਈ ਵਿਚੋਲਾਪਨ ਨਹੀਂ ਕਰ ਸਕਦਾ। ਕਰ ਸਕਦਾ ਏ ਤਾਂ ਉਹ ਇੱਕੋ ਹੀ ਹੈ, ਗੁਰੂ। ਗੁਰੂ ਤੋਂ ਬਿਨਾ ਹੋਰ ਕੋਈ ਪਰਲੋਕ ਦੇ ਵਿੱਚ ਵਿਚੋਲਗੀ ਕਰਕੇ ਤੈਨੂੰ ਜਮਾ ਤੋਂ ਨਹੀਂ ਛਡਾ ਸਕਦਾ। ਗੁਰੂ ਹੀ ਦਰਗਾਹ ਦਾ ਵਕੀਲ ਹੈ, ਗੁਰੂ ਦਾ ਕਹਿਣਾ ਹੀ ਦਰਗਾਹ ਦੇ ਵਿੱਚ ਚੱਲਦਾ ਹੈ। ਜੈਸਾ ਸਤਿਗੁਰ ਸੁਣੀਦਾ, ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਹਰ ਦਰਗੇ ਕਾ ਬਸੀਠ। ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਮਕਲੀ ਕੀ ਵਾਰ ਦੇ ਅੰਦਰ ਬਖਸ਼ਿਸ਼ ਕਰਦੇ ਨੇ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਕੀਤਾ ਤੋਂ ਭਾਵ ਆਪਣਾ ਕੀਤਾ। ਦੁਖੀ ਜੀਵ ਦੀ ਆਪਣੀ ਕੋਈ ਪੇਸ਼ ਨਹੀਂ ਚੱਲਦੀ।
ਪਿਛਲੇ ਕੀਤੇ ਕਰਮਾਂ ਅਨੁਸਾਰ ਹੀ ਧੁਰੋਂ ਹੀ ਲਿਖੇ ਲੇਖ ਦੀ ਵਿਦ ਆ ਬਣਦੀ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੈ ਲੇਖੇ ਆਵੈ ਭਾਗ। ਸੰਜੋਗ ਤੇ ਵਿਜੋਗ ਦੀ ਪ੍ਰਾਪਤੀ ਕਰਮਾਂ ਦੇ ਅਨੁਸਾਰ ਲਿਖੇ ਹੋਏ ਧੁਰਾਂ ਦੇ ਲੇਖ ਦੇ ਅਨੁਸਾਰ ਹੁੰਦੀ ਹੈ। ਸੰਜੋਗ ਵਿਜੋਗ ਧੁਰੋਂ ਹੀ ਹੁਆ, ਜੀ ਜੰਤ ਸਭ ਤੇਰਾ ਖੇਲ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਭਾਵ ਦੁਖੀ ਜੀਵ ਦੀ ਆਪਣੀ ਕੋਈ ਪੇਸ਼ ਨਹੀਂ ਜਾਂਦੀ, ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਹੀ ਲਿਖੇ ਲੇਖਾਂ ਦੀ ਵਿਦ ਆ ਬਣਦੀ ਹੈ। ਭਾਵ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਪਿਛਲੇ ਕਰਮਾਂ ਦੇ ਵਿੱਚ ਯਾਦ ਨਹੀਂ ਕੀਤਾ ਤਾਂ ਉਹ ਫਿਰ ਵਿਦ ਆ ਬਣਦੀ ਹੈ। ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਹੈ ਸਭ ਵਿਯੋਗ। ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਸਭ ਤੋਂ ਭਾਵ ਸਾਰੇ ਵਿਯੋਗ ਵਿਛੋੜੇ ਦੇ ਦੁੱਖ। ਜੇ ਚੰਗੇ ਭਾਗਾਂ ਨੂੰ ਪ੍ਰਭੂ ਆ ਮਿਲੇ ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ। ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਨਾਨਕ ਤਾਂ ਇਹੀ ਬੇਨਤੀ ਕਰਦਾ ਹੈ ਕਿ ਹੇ ਮਾਇਆ ਦੇ ਬੰਧਨਾਂ ਤੋਂ ਛੁਡਾਉਣ ਵਾਲੇ ਮੇਰੇ ਮਾਲਕ, ਨਾਨਕ ਨੂੰ ਮਾਇਆ ਦੇ ਮੋਹ ਤੋਂ ਬਚਾ ਲੈ। ਮਾਇਆ ਦੇ ਮੋਹ ਤੋਂ ਬਚਾ ਲੈ। ਨਾਨਕ ਇਹੀ ਬੇਨਤੀ ਕਰਦਾ ਹੈ ਕਿ ਮਾਇਆ ਦੇ ਬੰਧਨਾਂ ਤੋਂ ਛੁਡਾਉਣ ਵਾਲੇ ਮੇਰੇ ਮਾਲਕ, ਮੇਰੇ ਸਾਹਿਬ ਬੰਦੀ ਮੋਚ। ਪਰਮੇਸ਼ਰ ਦੇ ਚਰਨਾਂ ਵਿੱਚ ਇਸੇ ਤਰ੍ਹਾਂ ਬੇਨਤੀ ਕਰੋ ਸਾਧ ਸੰਗਤ ਜੀ ਕਿ ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਦਾਸ ਨੂੰ ਨਰਕਾਂ ਵਿੱਚ ਪੈਣ ਤੋਂ, ਮਾਤਾ ਦੇ ਗਰਭ ਵਿੱਚ ਪੈਣ ਤੋਂ, 84 ਲੱਖ ਜੂਨਾਂ ਦੇ ਵਿੱਚ ਪੈਣ ਤੋਂ ਰੱਖਣਾ ਕਰੋ, ਭਾਵ ਬਚਾਉਣਾ ਕਰੋ, ਕਿਉਂਕਿ ਮੇਰੇ ਸਾਹਿਬ ਤੂੰ ਹੀ ਬੰਦੀ ਖਾਨੇ ਦੇ ਵਿੱਚੋਂ ਬੰਦੀ ਮੋਚ, ਭਾਵ ਤੂੰ ਹੀ ਬੰਦੀ ਖਾਨੇ ਦੇ ਵਿੱਚੋਂ ਛਡਾਉਣ ਵਾਲਾ ਹੈ। ਜਿਵੇਂ ਰਾਮ ਰੂਪ ਹੋ ਕੇ ਰਾਵਣ ਦੇ ਬੰਦੀ ਖਾਨੇ ਦੇ ਵਿੱਚੋਂ ਦੇਵਤਿਆਂ ਨੂੰ ਛਡਾਇਆ, ਦੁਆਪਰ ਯੁੱਗ ਦੇ ਵਿੱਚ ਕੰਸ ਦੀ ਕੈਦ ਤੋਂ ਅਨੇਕਾਂ ਸਾਧਵਾਂ ਤੇ ਉਗਰਸੈਨ ਵਰਗੇ ਭਗਤਾਂ ਨੂੰ ਛਡਾਇਆ। ਕਲ ਯੁੱਗ ਦੇ ਵਿੱਚ ਗੁਰੂ ਨਾਨਕ ਰੂਪ ਹੋ ਕੇ ਬਾਬਰ ਦੀ ਕੈਦ ਦੇ ਵਿੱਚੋਂ ਅਨੇਕਾਂ ਸਾਧਵਾਂ ਤੇ ਦੁਖੀਆਂ ਨੂੰ ਆਪ ਤੂੰ ਛਡਾਇਆ। ਇਸੇ ਤਰ੍ਹਾਂ ਹੀ ਸਾਡੇ ਤੇ ਵੀ ਰਹਿਮਤ ਬਖਸ਼ਿਸ਼ ਕਰੋ, ਸਾਨੂੰ ਵੀ ਮਾਂ ਦੇ ਗਰਭ ਦੇ ਵਿੱਚ ਪੈਣ ਤੋਂ, 84 ਲੱਖ ਜੂਨਾਂ ਦੇ ਪੈਣ ਤੋਂ ਬਚਾਉਣਾ ਕਰੋ। ਕਤਕ ਹੋਵੈ ਸਾਧ ਸੰਗ ਬਿਨਸੈ ਸਭੈ ਸੋਚ। ਕਤਕ ਹੋਵੈ ਸਾਧ ਸੰਗ ਬਿਨਸਹਿ ਸਭੈ ਸੋਚ। ਬਿਨਸਹਿ ਤੋਂ ਭਾਵ ਨਾਸ ਹੋ ਜਾਂਦੇ ਨੇ ਸੋਚ ਫਿਕਰ। ਕੱਤਕ ਦੀ ਸਵਾਦਲੀ ਰੁੱਤ ਦੇ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਏ ਉਹਨਾਂ ਦੇ ਵਿਛੋੜੇ ਵਾਲੇ ਸਾਰੇ ਚਿੰਤਾ ਝੋਰੇ ਮੁੱਕ ਜਾਂਦੇ ਨੇ। ਸਤਿਗੁਰ ਜੀ ਕੱਤਕ ਦੇ ਮਹੀਨੇ ਦੀ ਵਿਚਾਰ ਦੀ ਸਮਾਪਤ ਦੀ ਅਖੀਰਲੀ ਤੁਕ ਦੇ ਵਿੱਚ, ਅਖੀਰਲੀ ਪੰਕਤੀ ਦੇ ਵਿੱਚ ਫਰਮਾਨ ਕਰਦੇ ਨੇ ਕਿ ਉਹਨਾਂ ਨੂੰ ਪ੍ਰਤੱਖ ਮਨੁੱਖਾ ਸਰੀਰ ਰੂਪ ਕੱਤਕ ਦਾ ਮਹੀਨਾ ਸਫਲਾ ਹੁੰਦਾ ਹੈ ਜਿਨ੍ਹਾਂ ਨੂੰ ਇਸ ਮਹੀਨੇ ਸਾਧ ਸੰਗਤ ਦੀ ਪ੍ਰਾਪਤੀ ਹੋਵੇ। ਐਸੇ ਸਤ ਸੰਗੀਆਂ ਨੇ ਸਭੇ ਸੋਚਾਂ ਜਿਹੜੀਆਂ ਉਹਨਾਂ ਦੀਆਂ ਵਿਸਰ ਜਾਂਦੀਆਂ ਨੇ, ਚਿੰਤਾ ਝੋਰੇ ਜਿਹੜੇ ਖਤਮ ਹੋ ਜਾਂਦੇ ਨੇ। ਕਿੰਨਾਂ ਦੇ ਸਾਧ ਸੰਗਤ ਜੀ, ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਂਦੀ ਹੈ ਕੱਤਕ ਦੀ ਸਵਾਦਲੀ ਰੁੱਤ ਦੇ ਵਿੱਚ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਸਨ ਅੱਜ ਦੇ ਪਾਵਨ ਮੁੱਖ ਵਾਕ ਦੇ ਆਖਰੀ ਵਿਚਾਰ ਕਰਦਿਆਂ ਹੋਇਆਂ, ਬਾਣੀ ਪੜ੍ਹਦਿਆਂ ਹੋਇਆਂ ਦਾਸਰਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਕੱਤਕ ਦਾ ਮਹੀਨਾ ਸਮੂਹ ਸੰਗਤਾਂ ਨੂੰ ਖੁਸ਼ੀਆਂ ਭਰਿਆ ਨਸੀਬ ਹੋਵੇ। ਸਮੂਹ ਸੰਗਤਾਂ ਨੂੰ ਪਾਤਸ਼ਾਹ ਆਪਣੇ ਦਰੋਂ ਕਰੋ ਗੁਰਸਿੱਖੀ ਵਾਲਾ ਜੀਵਨ, ਨਾਮ ਦੀਆਂ ਦਾਤਾਂ, ਅੰਮ੍ਰਿਤ ਦੀਆਂ ਦਾਤਾਂ, ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨ। ਬਾਣੇ ਬਾਣੀ ਦਾ ਧਾਰਨੀ ਬਣਾਉਣ। ਗੱਜ ਕੇ ਫਤਿਹ ਬੁਲਾਓ ਜੀ ਕਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।